ਮੇਰਾ ਨਾਮ ਅਵਨੀਤ ਹੈ। ਮੈਂ ਆਪਣੇ ਖਾਨਦਾਨ ਦੀ ਇਕਲੌਤੀ ਕੁੜੀ ਸੀ। ਮੇਰੇ ਪਾਪਾ ਦੇ 4 ਭਾਈ ਸਨ। ਉਹਨਾਂ ਵਿੱਚੋਂ ਕਿਸੇ ਕੋਲ ਵੀ ਕੁੜੀ ਨਹੀਂ ਸੀ। ਇਸ ਹਿਸਾਬ ਨਾਲ ਤਾਂ ਮੈਨੂੰ ਆਪਣੇ ਪਰਿਵਾਰ ਦੀ ਲਾਡਲੀ ਧੀ ਹੋਣਾ ਚਾਹੀਦਾ ਸੀ, ਪਰ ਇੱਥੇ ਤਾਂ ਮਾਮਲਾ ਉਲਟਾ ਸੀ। ਮੇਰਾ ਖਾਨਦਾਨ ਕੁੜੀਆਂ ਨਾਲ ਨਫ਼ਰਤ ਕਰਦਾ ਸੀ। ਇਸ ਕਰਕੇ ਮੈਂ ਇੱਕ ਹੀ ਕੁੜੀ ਸੀ। ਮੇਰੀ ਭੂਆ, ਜਿਨ੍ਹਾਂ ਨੇ ਮੇਰੇ ਦਾਦਾ ਜੀ ਦੇ ਦੁਸ਼ਮਣ ਦੇ ਮੁੰਡੇ ਨਾਲ ਪਿਆਰ ਕੀਤਾ ਅਤੇ ਵਿਆਹ ਕਰ ਲਿਆ, ਪਰ ਜਦੋਂ ਇਹ ਗੱਲ ਮੇਰੇ ਦਾਦਾ ਜੀ ਨੂੰ ਪਤਾ ਚੱਲੀ ਤਾਂ ਦੋਨਾਂ ਘਰਾਂ ਵਿੱਚ ਤੂਫਾਨ ਉੱਠ ਗਿਆ, ਜਿਸ ਵਿੱਚ ਮੇਰੇ ਦਾਦਾ ਜੀ ਅਤੇ ਇੱਕ ਚਾਚਾ ਜੀ ਆਪਣੀ ਜਾਨ ਤੋਂ ਹੱਥ ਧੋ ਬੈਠੇ। ਮੇਰੀ ਭੂਆ ਨੂੰ ਘਰ ਵਿੱਚ ਕੈਦ ਕਰ ਦਿੱਤਾ ਗਿਆ, ਪਰ ਭੂਆ ਨੇ ਵੀ ਖੁਦਕੁਸ਼ੀ ਕਰ ਲਈ। ਉਦੋਂ ਤੋਂ ਇਸ ਖਾਨਦਾਨ ਨੂੰ ਕੁੜੀਆਂ ਤੋਂ ਨਫ਼ਰਤ ਹੋ ਗਈ। ਪਤਾ ਨਹੀਂ ਮੇਰੇ ਬਾਕੀ ਚਾਚਿਆਂ ਦੇ ਘਰ ਕੁੜੀ ਆਈ ਜਾਂ ਨਹੀਂ, ਜਾਂ ਇਹਨਾਂ ਨੇ ਆਉਣ ਹੀ ਨਹੀਂ ਦਿੱਤੀ, ਪਰ ਮੈਂ ਦੁਨੀਆ ਵਿੱਚ ਆ ਗਈ। ਜਦੋਂ ਮੈਂ ਸਿਰਫ 10 ਸਾਲ ਦੀ ਸੀ ਤਾਂ ਮੇਰੀ ਮਾਂ ਮੈਨੂੰ ਛੱਡ ਕੇ ਇਸ ਦੁਨੀਆ ਤੋਂ ਚਲੀ ਗਈ। ਹੁਣ ਮੈਂ 18 ਸਾਲ ਦੀ ਹਾਂ। ਮੇਰਾ ਘਰ ਮੇਰੇ ਲਈ ਇੱਕ ਜੇਲ੍ਹ ਹੈ। ਇੱਥੇ ਕੋਈ ਮੈਨੂੰ ਪਿਆਰ ਨਹੀਂ ਕਰਦਾ, ਕਿਸੇ ਨੂੰ ਵੀ ਮੇਰੀ ਪਰਵਾਹ ਨਹੀਂ ਹੈ। ਮੈਨੂੰ ਰਿਸ਼ਤੇਦਾਰੀ ਵਿੱਚ ਹੋਣ ਵਾਲੇ ਵਿਆਹਾਂ ਵਿੱਚ ਵੀ ਨਹੀਂ ਲਿਜਾਇਆ ਜਾਂਦਾ। ਸਾਰਾ ਖਾਨਦਾਨ ਮੈਨੂੰ ਨਫ਼ਰਤ ਕਰਦਾ ਹੈ ਅਤੇ ਮੈਂ ਵੀ ਕਿਸੇ ਨੂੰ ਪਿਆਰ ਕਰਦੀ ਹਾਂ। ਉਸ ਦਾ ਨਾਮ ਲੱਕੀ ਹੈ। ਉਹ ਸਾਡਾ ਗੁਆਂਢੀ ਹੈ, ਪਰ ਮੈਨੂੰ ਪਤਾ ਹੈ ਉਹ ਕਦੇ ਵੀ ਮੇਰੇ ਨਾਲ ਵਿਆਹ ਨਹੀਂ ਕਰੇਗਾ ਅਤੇ ਉਸਦੇ ਮਾਂ-ਬਾਪ ਵੀ ਅਜਿਹਾ ਨਹੀਂ ਕਰਨ ਦੇਣਗੇ, ਪਰ ਮੇਰਾ ਦਿਲ ਸਿਰਫ ਉਸੇ ਲਈ ਹੀ ਧੜਕਦਾ ਹੈ। ਇੱਕ ਦਿਨ ਮੇਰੀ ਸ਼ਾਮਤ ਉਦੋਂ ਆਈ ਜਦੋਂ ਮੈਂ ਆਪਣੇ ਛੋਟੇ ਚਾਚਾ ਜੀ ਨਾਲ ਟਕਰਾ ਗਈ। ਮੇਰੇ ਹੱਥ ਵਿੱਚ ਚਾਹ ਦਾ ਕੱਪ ਸੀ ਜੋ ਉਹਨਾਂ ਦੇ ਚਿੱਟੇ ਕੱਪੜਿਆਂ 'ਤੇ ਗਿਰ ਗਿਆ। ਸੋਨੇ ਦੇ ਸੁਹਾਗੇ ਵਾਲੀ ਗੱਲ ਤਾਂ ਇਹ ਹੋਈ ਜਦੋਂ ਉਹ ਮੈਨੂੰ ਝਿੜਕ ਰਹੇ ਸਨ ਤਾਂ ਉਸੇ ਵੇਲੇ ਉਹਨਾਂ ਨੂੰ ਇੱਕ ਫੋਨ ਆਇਆ। ਇਹ ਫੋਨ ਉਹਨਾਂ ਦੇ ਆਫਿਸ ਤੋਂ ਆਇਆ ਸੀ। ਫੋਨ ਸੁਣ ਕੇ ਮੇਰੇ ਚਾਚਾ ਜੀ ਹੱਕੇ ਬੱਕੇ ਰਹਿ ਗਏ। ਕੀ ਨੁਕਸਾਨ ਹੋ ਗਿਆ ਸਾਡਾ, ਉਹ ਵੀ ਲੱਖਾਂ ਦਾ? ਮੇਰੇ ਚਾਚਾ ਜੀ ਨੇ ਫੋਨ ਕੱਟਿਆ ਅਤੇ ਸਿੱਧਾ ਮੇਰੇ ਵੱਲ ਵੇਖਿਆ, ਜਿਵੇਂ ਨੁਕਸਾਨ ਮੇਰੇ ਕਰਕੇ ਹੋਇਆ ਹੋਵੇ। ਮੈਂ ਬਹੁਤ ਘਬਰਾ ਗਈ। ਤੂੰ ਹੈ ਹੀ ਮਨਹੂਸ ਕੁੜੀ, ਇੰਨਾ ਕਹਿ ਕੇ ਉਹ ਉੱਥੋਂ ਚਲੇ ਗਏ ਅਤੇ ਮੈਂ ਉੱਥੇ ਹੀ ਖੜੀ ਰੋਂਦੀ ਰਹੀ। ਮੈਂ ਦੇਖਿਆ ਲੱਕੀ ਦੂਰ ਖੜਾ ਇਹ ਸਭ ਦੇਖ ਰਿਹਾ ਸੀ, ਪਰ ਜਿਵੇਂ ਹੀ ਮੈਂ ਉਸ ਵੱਲ ਵੇਖਿਆ ਤਾਂ ਉਹ ਬਿਨਾਂ ਕੁਝ ਕਹੇ ਉੱਥੋਂ ਚਲਾ ਗਿਆ। ਸੱਚ ਕਹਿੰਦੇ ਹਨ ਕਿ ਸੁਪਨੇ ਵੀ ਆਪਣੀ ਔਕਾਤ ਦੇਖ ਕੇ ਹੀ ਦੇਖਣੇ ਚਾਹੀਦੇ ਹਨ। ਕੁਝ ਦਿਨ ਗੁਜ਼ਰੇ ਤਾਂ ਮੇਰੀ ਜ਼ਿੰਦਗੀ ਵਿੱਚ ਇੱਕ ਹੋਰ ਭੁਚਾਲ ਆ ਗਿਆ। ਮੇਰੇ ਪਾਪਾ ਮੇਰੇ ਲਈ ਰਿਸ਼ਤਾ ਦੇਖ ਚੁੱਕੇ ਸਨ। ਮੈਂ ਕਿਸੇ ਹੋਰ ਨਾਲ ਵਿਆਹ ਨਹੀਂ ਕਰਨਾ ਚਾਹੁੰਦੀ ਸੀ। ਮੈਂ ਦਿਨ ਰਾਤ ਪਰੇਸ਼ਾਨ ਰਹਿਣ ਲੱਗੀ। ਇੱਕ ਦਿਨ ਮੇਰੀ ਚਾਚੀ ਨੇ ਕਿਹਾ ਕਿ ਤਿਆਰ ਹੋ ਜਾ, ਤੈਨੂੰ ਮੁੰਡੇ ਵਾਲੇ ਦੇਖਣ ਆ ਰਹੇ ਹਨ। ਮੈਂ ਉਹਨਾਂ ਸਾਹਮਣੇ ਕੁਝ ਬੋਲ ਨਹੀਂ ਸਕੀ। ਜਦੋਂ ਤਿਆਰ ਹੋ ਕੇ ਬਾਹਰ ਆਈ ਤਾਂ ਇਹ ਦੇਖ ਕੇ ਹੈਰਾਨ ਰਹਿ ਗਈ ਕਿ ਜਿਸ ਮੁੰਡੇ ਦਾ ਰਿਸ਼ਤਾ ਮੇਰੇ ਲਈ ਆਇਆ ਸੀ ਉਹ ਤਾਂ ਦੇਖਣ ਵਿੱਚ ਪਾਪਾ ਤੋਂ ਵੀ ਵੱਡਾ ਲੱਗ ਰਿਹਾ ਸੀ। ਪਾਪਾ ਤਾਂ ਉਹਨਾਂ ਨਾਲ ਇੰਜ ਗੱਲਾਂ ਕਰ ਰਹੇ ਸਨ ਜਿਵੇਂ ਰਿਸ਼ਤਾ ਪੱਕਾ ਕਰ ਚੁੱਕੇ ਹੋਣ। ਉਹ ਲੋਕ ਤਾਂ ਮੈਨੂੰ ਦੇਖਦੇ ਹੀ ਪਸੰਦ ਕਰ ਚੁੱਕੇ ਸਨ। ਜਦੋਂ ਮੈਂ ਆਪਣੇ ਕਮਰੇ ਵਿੱਚ ਆਈ ਤਾਂ ਬਹੁਤ ਪਰੇਸ਼ਾਨ ਸੀ। ਮੈਂ ਸਾਰੀ ਰਾਤ ਰੋਂਦੀ ਰਹੀ ਅਤੇ ਸੋਚਦੀ ਰਹੀ ਕਿ ਹੁਣ ਹਿੰਮਤ ਨਹੀਂ ਕਰਾਂਗੀ ਤਾਂ ਕਦੋਂ ਕਰਾਂਗੀ। ਇਹ ਮੇਰੀ ਜ਼ਿੰਦਗੀ ਦਾ ਸਵਾਲ ਸੀ। ਅਗਲੇ ਦਿਨ ਛੁੱਟੀ ਦਾ ਦਿਨ ਸੀ। ਨਾਸ਼ਤੇ ਦੇ ਟੇਬਲ 'ਤੇ ਸਭ ਮੌਜੂਦ ਸਨ। ਮੈਂ ਸਾਰਿਆਂ ਨੂੰ ਕਿਹਾ ਕਿ ਮੈਨੂੰ ਇੱਕ ਜ਼ਰੂਰੀ ਗੱਲ ਕਰਨੀ ਹੈ। ਪਤਾ ਨਹੀਂ ਇੰਨੀ ਹਿੰਮਤ ਮੇਰੇ ਵਿੱਚ ਕਿੱਥੋਂ ਆ ਗਈ। ਪਾਪਾ, ਮੈਨੂੰ ਤੁਹਾਡੇ ਨਾਲ ਇੱਕ ਜ਼ਰੂਰੀ ਗੱਲ ਕਰਨੀ ਹੈ। ਤੁਸੀਂ ਜਿੱਥੇ ਮੇਰਾ ਰਿਸ਼ਤਾ ਕਰਨਾ ਚਾਹੁੰਦੇ ਹੋ, ਮੈਂ ਉੱਥੇ ਵਿਆਹ ਨਹੀਂ ਕਰਵਾਉਣਾ ਚਾਹੁੰਦੀ। ਮੇਰਾ ਇੰਨਾ ਕਹਿਣਾ ਸੀ ਕਿ ਸਭ ਮੇਰੇ ਵੱਲ ਦੇਖਣ ਲੱਗੇ। ਮੇਰੀ ਚਾਚੀ ਨੇ ਤਾਂ ਮੂੰਹ 'ਤੇ ਹੱਥ ਰੱਖ ਲਿਆ ਅਤੇ ਕੁਝ ਬੋਲਣ ਲੱਗੀ। ਮੇਰੇ ਪਾਪਾ ਨੇ ਪੁੱਛਿਆ ਕਿ ਕਿਉਂ ਨਹੀਂ ਕਰਨਾ ਚਾਹੁੰਦੀ, ਤਾਂ ਮੈਂ ਕਿਹਾ ਕਿ ਮੈਂ ਕਿਸੇ ਹੋਰ ਨੂੰ ਪਸੰਦ ਕਰਦੀ ਹਾਂ। ਸਭ ਮੈਨੂੰ ਟੁੱਟ ਕੇ ਪੈ ਗਏ ਅਤੇ ਬੋਲਣ ਲੱਗੇ, ਤੈਨੂੰ ਸ਼ਰਮ ਨਹੀਂ ਆਉਂਦੀ ਸਭ ਦੇ ਸਾਹਮਣੇ ਇਹ ਗੱਲ ਕਹਿੰਦੀ ਨੂੰ? ਮੈਂ ਵੀ ਕਹਿ ਦਿੱਤਾ ਕਿ ਆਪਣੀ ਮਰਜ਼ੀ ਨਾਲ ਆਪਣੇ ਪਤੀ ਨੂੰ ਪਸੰਦ ਕਰਨਾ ਮੇਰਾ ਹੱਕ ਹੈ ਅਤੇ ਇਹ ਹੱਕ ਮੰਗਣ ਵਿੱਚ ਮੈਨੂੰ ਕੋਈ ਸ਼ਰਮ ਨਹੀਂ ਹੈ। ਮੈਂ ਲੱਕੀ ਨੂੰ ਪਿਆਰ ਕਰਦੀ ਹਾਂ ਅਤੇ ਉਸ ਨਾਲ ਹੀ ਵਿਆਹ ਕਰਵਾਉਣਾ ਚਾਹੁੰਦੀ ਹਾਂ। ਜਦ ਮੈਂ ਇਹ ਕਿਹਾ ਤਾਂ ਚਾਚੀ ਮੇਰੇ ਕੋਲ ਆਈ ਅਤੇ ਮੈਨੂੰ ਇੱਕ ਥੱਪੜ ਮਾਰ ਕੇ ਕਹਿਣ ਲੱਗੀ ਕਿ ਅੱਜ ਤਾਂ ਤੂੰ ਉਸ ਲੱਕੀ ਦਾ ਨਾਮ ਲੈ ਲਿਆ, ਪਰ ਜੇ ਦੁਬਾਰਾ ਉਸ ਦਾ ਨਾਮ ਤੇਰੀ ਜ਼ੁਬਾਨ 'ਤੇ ਆਇਆ ਤਾਂ ਮੈਂ ਤੈਨੂੰ ਜਾਨ ਤੋਂ ਮਾਰ ਦੇਵਾਂਗੀ। ਮੈਂ ਪਾਪਾ ਵੱਲ ਵੇਖਿਆ ਤਾਂ ਉਹ ਵੀ ਮੈਨੂੰ ਉਹਨਾਂ ਵੱਲ ਹੀ ਲੱਗੇ। ਸਭ ਕਹਿਣ ਲੱਗੇ ਕਿ ਇਸ ਕੁੜੀ ਦੀ ਹਿੰਮਤ ਤਾਂ ਵੇਖੋ, ਅੱਜ ਸਭ ਦੇ ਸਾਹਮਣੇ ਆ ਕੇ ਇਸਨੇ ਆਪਣੀ ਪਸੰਦ ਦਾ ਇਜ਼ਹਾਰ ਕੀਤਾ, ਕੱਲ੍ਹ ਨੂੰ ਪਤਾ ਨਹੀਂ ਕੀ ਕਰੇਗੀ।
1 ਹਫ਼ਤੇ ਦੇ ਅੰਦਰ ਇਸ ਦਾ ਵਿਆਹ ਕਰੋ ਅਤੇ ਇਸ ਨੂੰ ਇੱਥੋਂ ਦਫਾ ਕਰੋ। ਮੇਰੇ ਪਾਪਾ ਨੇ ਕਿਹਾ ਕਿ ਅਜਿਹਾ ਹੀ ਹੋਵੇਗਾ। ਮੈਂ ਪਾਪਾ ਵੱਲ ਵੇਖਿਆ ਤਾਂ ਉਹਨਾਂ ਨੇ ਮੂੰਹ ਫੇਰ ਲਿਆ। ਮੇਰਾ ਦਿਲ ਕੀਤਾ ਮੈਂ ਇਸੇ ਵੇਲੇ ਆਪਣੇ ਆਪ ਨੂੰ ਖਤਮ ਕਰ ਲਵਾਂ। ਮੈਨੂੰ ਲੱਗਿਆ ਕਿ ਸ਼ਾਇਦ ਪਾਪਾ ਮੇਰਾ ਸਾਥ ਦੇਣਗੇ, ਪਰ ਕਿਸੇ ਨੇ ਮੇਰਾ ਸਾਥ ਨਹੀਂ ਦਿੱਤਾ। 1 ਹਫ਼ਤੇ ਦੇ ਅੰਦਰ ਮੇਰੇ ਲਈ ਰਿਸ਼ਤਾ ਲੱਭ ਲਿਆ ਗਿਆ। ਅਫਸੋਸ ਦੀ ਗੱਲ ਇਹ ਸੀ ਕਿ ਉਹ ਰਿਸ਼ਤਾ ਮੇਰੇ ਲਈ ਲੱਕੀ ਨੇ ਦੇਖਿਆ ਸੀ। ਜੋ ਲੋਕ ਪਹਿਲਾਂ ਸਾਡੇ ਘਰ ਆਏ ਸਨ, ਉਹਨਾਂ ਨੇ ਤਾਂ ਅਚਾਨਕ ਰਿਸ਼ਤੇ ਲਈ ਮਨਾ ਕਰ ਦਿੱਤਾ ਸੀ ਅਤੇ ਮੇਰੇ ਪਾਪਾ ਨੂੰ ਲੱਕੀ ਦਾ ਲਿਆਂਦਾ ਹੋਇਆ ਰਿਸ਼ਤਾ ਸਹੀ ਲੱਗਿਆ। ਮੈਨੂੰ ਇਸ 1 ਹਫ਼ਤੇ ਤੱਕ ਕਮਰੇ ਵਿੱਚ ਬੰਦ ਰੱਖਿਆ ਗਿਆ। ਮੇਰੇ ਨਾਲ ਕਿਸੇ ਨੇ ਵੀ ਗੱਲ ਨਹੀਂ ਕੀਤੀ। ਮੇਰੇ ਨਾਲ ਜਾਨਵਰਾਂ ਵਰਗਾ ਸਲੂਕ ਕੀਤਾ ਗਿਆ। ਮੈਨੂੰ ਰੋਟੀ ਦਿੰਦੇ ਅਤੇ ਕਹਿੰਦੇ ਕਿ ਅਸੀਂ ਤਾਂ ਤੈਨੂੰ ਇਸ ਘਰ ਤੋਂ ਦੂਰ ਭੇਜਣਾ ਚਾਹੁੰਦੇ ਸੀ, ਪਰ ਤੂੰ ਇਸ ਘਰ ਵਿੱਚੋਂ ਜਾਣਾ ਹੀ ਨਹੀਂ ਚਾਹੁੰਦੀ। ਲੱਕੀ ਨਾਲ ਵਿਆਹ ਦਾ ਖਿਆਲ ਆਪਣੇ ਦਿਲ ਵਿੱਚੋਂ ਕੱਢ ਦੇ, ਉਹ ਤੇਰਾ ਕਦੇ ਵੀ ਨਹੀਂ ਹੋ ਸਕਦਾ। ਉਸਦੇ ਮਾਂ-ਬਾਪ ਤੈਨੂੰ ਕਦੇ ਵੀ ਬਹੂ ਦੇ ਰੂਪ ਵਿੱਚ ਸਵੀਕਾਰ ਨਹੀਂ ਕਰਨਗੇ। ਮੈਂ ਹਿੰਮਤ ਹਾਰ ਗਈ ਸੀ। ਮੇਰਾ ਹੌਸਲਾ ਟੁੱਟ ਗਿਆ ਸੀ। ਮੈਨੂੰ ਤਿਆਰ ਕਰਕੇ ਮੇਰੇ ਹੋਣ ਵਾਲੇ ਪਤੀ ਨਾਲ ਬਿਠਾ ਦਿੱਤਾ ਗਿਆ ਅਤੇ ਵਿਆਹ ਦੀਆਂ ਰਸਮਾਂ ਸ਼ੁਰੂ ਹੋ ਗਈਆਂ। ਮੇਰਾ ਹੋਣ ਵਾਲਾ ਪਤੀ, ਜਿਸ ਦਾ ਨਾਮ ਕਮਲ ਸੀ, ਅਚਾਨਕ ਖੜਾ ਹੋਇਆ ਅਤੇ ਕਹਿਣ ਲੱਗਿਆ ਕਿ ਇਹ ਵਿਆਹ ਕਰਨ ਤੋਂ ਪਹਿਲਾਂ ਮੇਰੀਆਂ ਕੁਝ ਸ਼ਰਤਾਂ ਹਨ। ਤੁਹਾਨੂੰ ਮੇਰੀਆਂ ਉਹ ਸ਼ਰਤਾਂ ਮੰਨਣੀਆਂ ਪੈਣਗੀਆਂ। ਉਸ ਤੋਂ ਬਾਅਦ ਹੀ ਮੈਂ ਇਸ ਕੁੜੀ ਨਾਲ ਵਿਆਹ ਕਰਾਂਗਾ। ਮੇਰੇ ਪਾਪਾ ਨੇ ਕਿਹਾ ਕਿ ਤੇਰੀਆਂ ਜੋ ਵੀ ਸ਼ਰਤਾਂ ਹਨ ਦੱਸ ਦੇ। ਕਮਲ ਨੇ ਕਿਹਾ ਕਿ ਉਹ ਇਹ ਸ਼ਰਤਾਂ ਸਿਰਫ ਮੇਰੇ ਪਾਪਾ ਨੂੰ ਹੀ ਦੱਸੇਗਾ। ਮੇਰੇ ਪਾਪਾ ਅਤੇ ਕਮਲ ਇੱਕ ਪਾਸੇ ਚਲੇ ਗਏ ਅਤੇ 1 ਘੰਟੇ ਤੱਕ ਪਤਾ ਨਹੀਂ ਆਪਸ ਵਿੱਚ ਕੀ ਗੱਲਾਂ ਕਰਦੇ ਰਹੇ। ਦੋਨੋਂ ਵਾਪਸ ਆਏ ਅਤੇ ਉਸ ਤੋਂ ਬਾਅਦ ਕਮਲ ਨੇ ਮੇਰੇ ਨਾਲ ਵਿਆਹ ਕਰ ਲਿਆ। ਮੈਂ ਆਪਣੇ ਘਰ ਤੋਂ ਤਾਂ ਵਿਦਾ ਹੋ ਗਈ, ਪਰ ਮੈਂ ਇੱਕ ਪਲਾਨ ਬਣਾ ਲਿਆ ਜਿਸ ਨੂੰ ਮੈਂ ਅੱਜ ਰਾਤ ਹੀ ਪੂਰਾ ਕਰਨ ਵਾਲੀ ਸੀ। ਮੈਂ ਲੱਕੀ ਦੇ ਇਲਾਵਾ ਕਿਸੇ ਹੋਰ ਦੀ ਨਹੀਂ ਹੋ ਸਕਦੀ ਸੀ। ਮੇਰੇ ਕੋਲ ਇੱਕ ਜ਼ਹਿਰ ਦੀ ਬੋਤਲ ਸੀ ਜਿਸ ਨੂੰ ਮੈਂ ਪੀ ਕੇ ਖੁਦਕੁਸ਼ੀ ਕਰਨੀ ਸੀ, ਪਰ ਜਦੋਂ ਕਮਲ ਮੇਰੇ ਕਮਰੇ ਵਿੱਚ ਆਇਆ ਤਾਂ ਉਸਨੇ ਮੇਰੇ ਹੱਥ ਵਿੱਚ ਜ਼ਹਿਰ ਦੀ ਬੋਤਲ ਦੇਖ ਲਈ। ਉਸਨੇ ਇੱਕ ਹੱਥ ਵਿੱਚ ਬੋਤਲ ਫੜੀ ਅਤੇ ਦੂਜਾ ਹੱਥ ਮੇਰੇ ਵੱਲ ਵਧਾਇਆ। ਮੈਨੂੰ ਲੱਗਿਆ ਕਿ ਕਮਲ ਮੈਨੂੰ ਮਾਰੇਗਾ, ਗੁੱਸਾ ਕਰੇਗਾ, ਪਰ ਉਸਨੇ ਮੇਰੇ ਮੋਢੇ 'ਤੇ ਹੱਥ ਰੱਖਿਆ ਅਤੇ ਕਿਹਾ ਕਿ ਤੂੰ ਅਜਿਹਾ ਕਿਉਂ ਕਰਨਾ ਚਾਹੁੰਦੀ ਹੈ। ਮੈਂ ਕਿਹਾ ਕਿ ਤੈਨੂੰ ਇਹ ਜਾਣਨ ਦੀ ਕੋਈ ਜ਼ਰੂਰਤ ਨਹੀਂ। ਉਸਨੇ ਕਿਹਾ ਕਿ ਮੈਂ ਕਦੇ ਵੀ ਤੇਰੇ ਨਾਲ ਜ਼ਬਰਦਸਤੀ ਨਹੀਂ ਕਰਾਂਗਾ। ਖੁਦਕੁਸ਼ੀ ਕਰਨ ਦੀ ਕੋਸ਼ਿਸ਼ ਨਾ ਕਰ। ਉਸਨੇ ਕਿਹਾ ਕਿ ਉਹ ਮੇਰੇ ਨਾਲ ਰਹਿਣਾ ਚਾਹੁੰਦਾ ਹੈ, ਮੈਨੂੰ ਖੁਸ਼ ਰੱਖਣ ਦੀ ਪੂਰੀ ਕੋਸ਼ਿਸ਼ ਕਰੇਗਾ। ਉਸਨੇ ਮੇਰੇ ਨਾਲ ਬਹੁਤ ਆਰਾਮ ਨਾਲ ਗੱਲ ਕੀਤੀ, ਮੈਨੂੰ ਤਸੱਲੀ ਦਿੱਤੀ। ਮੈਂ ਉਸਨੂੰ ਸਾਰੀ ਗੱਲ ਦੱਸ ਦਿੱਤੀ ਕਿ ਮੈਂ ਲੱਕੀ ਨੂੰ ਪਿਆਰ ਕਰਦੀ ਹਾਂ। ਇਸ ਵਿੱਚ ਕੀ ਬੁਰਾ ਸੀ? ਕੀ ਪਿਆਰ ਕਰਨਾ ਪਾਪ ਹੈ? ਮੈਂ ਤੁਹਾਨੂੰ ਪਹਿਲਾਂ ਹੀ ਦੱਸ ਦਿੱਤਾ ਹੈ, ਮੈਂ ਤੁਹਾਨੂੰ ਕੋਈ ਧੋਖਾ ਨਹੀਂ ਦਿੱਤਾ। ਜੇਕਰ ਮੈਂ ਤੁਹਾਨੂੰ ਨਾ ਦੱਸਦੀ ਤਾਂ ਇਹ ਧੋਖਾ ਹੁੰਦਾ। ਮੈਂ ਕਿਹਾ ਕਿ ਮੈਂ ਤੁਹਾਡੇ ਨਾਲ ਪਤੀ ਪਤਨੀ ਵਾਲਾ ਰਿਸ਼ਤਾ ਨਹੀਂ ਰੱਖਣਾ ਚਾਹੁੰਦੀ। ਉਸਨੇ ਕਿਹਾ ਕਿ ਮੈਨੂੰ ਵੀ ਜ਼ਬਰਦਸਤੀ ਰਿਸ਼ਤਾ ਬਣਾਉਣ ਦਾ ਕੋਈ ਸ਼ੌਂਕ ਨਹੀਂ ਹੈ। ਉਹ ਮੇਰਾ ਖਿਆਲ ਰੱਖੇਗਾ ਅਤੇ ਉਸਨੂੰ ਮੇਰੇ ਬੀਤੇ ਹੋਏ ਕੱਲ੍ਹ ਤੋਂ ਕੋਈ ਪਰੇਸ਼ਾਨੀ ਨਹੀਂ ਹੈ। ਕਮਲ ਮੇਰੇ ਕਮਰੇ ਵਿੱਚੋਂ ਚਲਾ ਗਿਆ। ਮੈਂ ਸੁੱਖ ਦਾ ਸਾਹ ਲਿਆ। ਕਮਲ ਦੀ ਮਾਂ ਬਹੁਤ ਅਜੀਬ ਔਰਤ ਸੀ। ਮੈਨੂੰ ਉਸ ਤੋਂ ਬਹੁਤ ਡਰ ਲੱਗਦਾ ਸੀ। ਉਹ ਮੈਨੂੰ ਬਹੁਤ ਗੌਰ ਨਾਲ ਦੇਖਦੀ। ਕਮਲ ਨੇ ਮੈਨੂੰ ਤਸੱਲੀ ਦਿੱਤੀ ਅਤੇ ਯਕੀਨ ਦਿਵਾਇਆ ਕਿ ਮੈਂ ਉਸਦੇ ਨਾਲ ਸੁਰੱਖਿਅਤ ਹਾਂ। ਪਰ ਸਵੇਰ ਹੁੰਦੇ ਹੀ ਇੱਕ ਖਬਰ ਨੇ ਮੇਰੇ ਪੈਰਾਂ ਥੱਲਿਓਂ ਜ਼ਮੀਨ ਕੱਢ ਦਿੱਤੀ। ਜਦੋਂ ਮੇਰੀ ਸੱਸ ਨੇ ਇਹ ਦੱਸਿਆ ਕਿ ਕਮਲ ਕੈਨੇਡਾ ਜਾਣ ਲਈ ਰਵਾਨਾ ਹੋ ਗਿਆ ਹੈ, ਮੈਂ ਹੈਰਾਨ ਰਹਿ ਗਈ ਕਿ ਕੋਈ ਆਦਮੀ ਵਿਆਹ ਤੋਂ ਅਗਲੀ ਸਵੇਰ ਹੀ ਕੈਨੇਡਾ ਕਿਵੇਂ ਜਾ ਸਕਦਾ ਹੈ, ਅਤੇ ਉਹ ਵੀ ਆਪਣੀ ਪਤਨੀ ਨੂੰ ਦੱਸੇ ਬਗੈਰ। ਕਮਲ ਤਾਂ ਕਹਿ ਰਿਹਾ ਸੀ ਕਿ ਉਹ ਮੇਰੇ ਨਾਲ ਹੀ ਰਹੇਗਾ ਅਤੇ ਹਰ ਚੰਗੇ ਮਾੜੇ ਸਮੇਂ ਵਿੱਚ ਮੇਰਾ ਸਾਥ ਦੇਵੇਗਾ, ਪਰ ਉਹ ਤਾਂ ਸਵੇਰ ਹੁੰਦੇ ਹੀ ਮੈਨੂੰ ਛੱਡ ਕੇ ਚਲਾ ਗਿਆ। ਮੇਰਾ ਸਿਰ ਘੁੰਮ ਗਿਆ। ਮੈਂ ਗੁੱਸੇ ਵਿੱਚ ਆ ਕੇ ਆਪਣੀ ਸੱਸ ਨੂੰ ਕਹਿ ਦਿੱਤਾ ਕਿ ਤੁਹਾਡਾ ਬੇਟਾ ਇਹ ਕਿਵੇਂ ਕਰ ਸਕਦਾ ਹੈ। ਘੱਟ ਤੋਂ ਘੱਟ ਮੈਨੂੰ ਦੱਸ ਕੇ ਤਾਂ ਜਾਂਦਾ, ਮੈਨੂੰ ਮਿਲ ਕੇ ਤਾਂ ਜਾਂਦਾ। ਮੇਰੀ ਸੱਸ ਨੇ ਕਿਹਾ ਉਸਨੇ ਵਿਆਹ ਤੋਂ ਪਹਿਲਾਂ ਹੀ ਤੇਰੇ ਬਾਪ ਸਾਹਮਣੇ 3 ਸ਼ਰਤਾਂ ਰੱਖੀਆਂ ਸਨ। ਉਸ ਵਿੱਚੋਂ ਪਹਿਲੀ ਸ਼ਰਤ ਇਹ ਸੀ ਕਿ ਉਹ ਵਿਆਹ ਤੋਂ ਅਗਲੇ ਦਿਨ ਹੀ ਕੰਮ 'ਤੇ ਚਲਾ ਜਾਵੇਗਾ। ਕੀ ਤੇਰੇ ਪਾਪਾ ਨੇ ਤੈਨੂੰ ਇਹ ਨਹੀਂ ਦੱਸਿਆ? ਇਸ ਤੋਂ ਬਾਅਦ ਮੇਰੇ ਕੋਲ ਕੋਈ ਜਵਾਬ ਨਹੀਂ ਸੀ। ਮੈਂ ਕੀ ਕਹਿੰਦੀ ਕਿ ਮੇਰੇ ਪਾਪਾ ਨੇ ਮੈਨੂੰ ਸੱਚਮੁੱਚ ਹੀ ਕੁਝ ਨਹੀਂ ਦੱਸਿਆ। ਮੈਂ ਉਹਨਾਂ ਨੂੰ ਪੁੱਛਿਆ ਕਿ ਬਾਕੀ ਦੀਆਂ 2 ਸ਼ਰਤਾਂ ਕੀ ਹਨ, ਤਾਂ ਉਹਨਾਂ ਨੇ ਕਿਹਾ ਕਿ ਆਪਣੇ ਪਾਪਾ ਨੂੰ ਹੀ ਪੁੱਛ ਲਵੀਂ। ਮੈਂ ਅਗਲੇ ਹੀ ਦਿਨ ਆਪਣੇ ਘਰ ਗਈ ਅਤੇ ਪਾਪਾ ਨੂੰ ਦੱਸਿਆ ਕਿ ਮੇਰਾ ਪਤੀ ਮੈਨੂੰ ਦੱਸੇ ਬਗੈਰ ਹੀ ਕੈਨੇਡਾ ਚਲਾ ਗਿਆ ਹੈ।
ਮੇਰੇ ਪਾਪਾ ਨੇ ਕਿਹਾ ਕਿ ਇਹ ਕਿਹੜਾ ਕੋਈ ਨਵੀਂ ਗੱਲ ਹੈ। ਹੋਰ ਔਰਤਾਂ ਦੇ ਪਤੀ ਵੀ ਤਾਂ ਨੌਕਰੀ ਲਈ ਦੂਜੇ ਮੁਲਕਾਂ ਵਿੱਚ ਜਾਂਦੇ ਹਨ। ਮੈਂ ਹੈਰਾਨ ਹੋ ਕੇ ਉਹਨਾਂ ਵੱਲ ਵੇਖਣ ਲੱਗੀ। ਉਹਨਾਂ ਨੇ ਕਿਹਾ ਕਿ ਹੁਣ ਤੂੰ ਆਪਣਾ ਘਰ ਸੰਭਾਲ, ਆਪਣੀ ਸੱਸ ਦੀ ਸੇਵਾ ਕਰ। ਪਤੀ ਬਾਹਰ ਗਿਆ ਹੈ ਤਾਂ ਵਾਪਸ ਵੀ ਆਵੇਗਾ। ਅੱਜ ਤੋਂ ਸਾਡੇ ਘਰ ਆਉਣ ਦੀ ਜ਼ਰੂਰਤ ਨਹੀਂ ਹੈ। ਮੈਂ ਸੋਚਿਆ ਕਿ ਹੁਣ ਤਾਂ ਮੈਂ ਇਹਨਾਂ ਸਾਰਿਆਂ ਤੋਂ ਦੂਰ ਚਲੀ ਗਈ ਹਾਂ। ਹੁਣ ਤਾਂ ਇਹ ਮੇਰਾ ਸਾਥ ਦੇਣਗੇ। ਪਰ ਅਜੇ ਵੀ ਸਾਰੇ ਘਰ ਵਾਲਿਆਂ ਦਾ ਵਰਤਾਓ ਮੇਰੇ ਪ੍ਰਤੀ ਬਦਲਿਆ ਨਹੀਂ ਸੀ। ਮੈਂ ਰੋਂਦੀ ਹੋਈ ਘਰ ਤੋਂ ਬਾਹਰ ਨਿਕਲੀ ਤਾਂ ਲੱਕੀ ਨਾਲ ਟਕਰਾ ਗਈ। ਉਸਨੇ ਮੇਰੀਆਂ ਅੱਖਾਂ ਵਿੱਚ ਹੰਝੂ ਦੇਖੇ ਪਰ ਕੁਝ ਨਹੀਂ ਪੁੱਛਿਆ। ਮੈਂ ਵੀ ਉਸ ਨਾਲ ਕੋਈ ਗੱਲ ਨਹੀਂ ਕੀਤੀ, ਪਰ ਉਸਨੂੰ ਸ਼ਿਕਾਇਤ ਭਰੀਆਂ ਨਜ਼ਰਾਂ ਨਾਲ ਦੇਖਿਆ ਜ਼ਰੂਰ ਸੀ। ਕਿਤੇ ਨਾ ਕਿਤੇ ਉਹੀ ਕਸੂਰਵਾਰ ਸੀ। ਮੇਰੇ ਵਿੱਚ ਕੋਈ ਕਮੀ ਨਹੀਂ ਸੀ। ਮੈਂ ਉਸ ਤੋਂ ਜ਼ਿਆਦਾ ਸੋਹਣੀ ਸੀ। ਜੇਕਰ ਉਹ ਮੇਰੇ ਨਾਲ ਵਿਆਹ ਕਰ ਲੈਂਦਾ ਤਾਂ ਅੱਜ ਮੇਰੀ ਜ਼ਿੰਦਗੀ ਅਜਿਹੀ ਨਾ ਹੁੰਦੀ। ਉਹ ਚਾਹੁੰਦਾ ਤਾਂ ਮੈਨੂੰ ਬਚਾ ਸਕਦਾ ਸੀ, ਪਰ ਉਹ ਵੀ ਜ਼ਾਲਮ ਬਣ ਗਿਆ ਸੀ। ਮੈਂ ਆਪਣੀ ਸੱਸ ਤੋਂ ਕਮਲ ਦਾ ਨੰਬਰ ਲਿਆ। ਸੋਚਿਆ ਕਿ ਉਸਨੂੰ ਫੋਨ ਕਰਕੇ ਹੀ ਪੁੱਛ ਲਵਾਂ ਕਿ ਉਸਨੇ ਮੇਰੇ ਨਾਲ ਅਜਿਹਾ ਕਿਉਂ ਕੀਤਾ। ਮੇਰੀ ਸੱਸ ਪਹਿਲਾਂ ਤਾਂ ਮੈਨੂੰ ਨੰਬਰ ਦੇਣ ਵਿੱਚ ਆਨਾਕਾਨੀ ਕਰ ਰਹੀ ਸੀ, ਪਰ ਫਿਰ ਨੰਬਰ ਦੇ ਹੀ ਦਿੱਤਾ। ਮੈਂ ਨੰਬਰ ਲੈ ਕੇ ਆਪਣੇ ਕਮਰੇ ਵਿੱਚ ਆਈ ਅਤੇ ਬਹੁਤ ਉਮੀਦਾਂ ਨਾਲ ਉਸਨੂੰ ਫੋਨ ਮਿਲਾਇਆ, ਪਰ ਇਹ ਸੁਣ ਕੇ ਮੈਂ ਹੈਰਾਨ ਰਹਿ ਗਈ ਸੀ ਕਿ ਇਹ ਨੰਬਰ ਬੰਦ ਸੀ। ਮੈਂ ਉਸ ਨੰਬਰ 'ਤੇ ਬਣੇ WhatsApp 'ਤੇ ਮੈਸੇਜ ਕੀਤਾ। ਉੱਥੇ ਵੀ ਕਮਲ ਨੇ ਮੈਨੂੰ ਕੋਈ ਜਵਾਬ ਨਹੀਂ ਦਿੱਤਾ ਅਤੇ ਹੈਰਾਨੀ ਦੀ ਗੱਲ ਤਾਂ ਇਹ ਸੀ ਕਿ ਉਹ ਮੇਰੇ ਮੈਸੇਜ ਦੇਖ ਤਾਂ ਰਿਹਾ ਸੀ, ਪਰ ਉਹਨਾਂ ਦਾ ਜਵਾਬ ਨਹੀਂ ਦੇ ਰਿਹਾ ਸੀ। ਮੇਰੀ ਜ਼ਿੰਦਗੀ ਤਾਂ ਉਸੇ ਦਿਨ ਬਰਬਾਦ ਹੋ ਗਈ ਸੀ ਜਦੋਂ ਮੇਰਾ ਵਿਆਹ ਲੱਕੀ ਤੋਂ ਇਲਾਵਾ ਕਿਸੇ ਹੋਰ ਨਾਲ ਹੋ ਗਿਆ ਸੀ। ਪਰ ਹੁਣ ਤਾਂ ਮੇਰੇ 'ਤੇ ਜ਼ੁਲਮ ਇਹ ਹੋਇਆ ਸੀ ਕਿ ਮੇਰਾ ਪਤੀ ਮੈਨੂੰ ਪਹਿਲੇ ਦਿਨ ਹੀ ਛੱਡ ਕੇ ਚਲਾ ਗਿਆ ਸੀ ਅਤੇ ਮੇਰੀ ਗੱਲ ਤੱਕ ਨਹੀਂ ਸੁਣ ਰਿਹਾ ਸੀ। ਮੈਂ ਕਿਸੇ ਤਰ੍ਹਾਂ ਆਪਣੇ ਹਾਲਾਤਾਂ ਨਾਲ ਸਮਝੌਤਾ ਕਰ ਲਿਆ, ਕਿਉਂਕਿ ਮੇਰੇ ਕੋਲ ਹੋਰ ਕੋਈ ਚਾਰਾ ਨਹੀਂ ਸੀ। ਮੇਰੀ ਸੱਸ ਨੇ ਕਿਹਾ ਕਿ ਉਹ ਜਲਦੀ ਹੀ ਵਾਪਸ ਆ ਜਾਵੇਗਾ, ਪਰ ਮੇਰੇ ਕੋਲ ਜਿਉਣ ਦੀ ਕੋਈ ਵਜ੍ਹਾ ਨਹੀਂ ਸੀ, ਕੋਈ ਰਸਤਾ ਨਹੀਂ ਸੀ। ਫਿਰ ਇਸ ਘਰ ਵਿੱਚ ਕੁਝ ਅਜੀਬ ਹਰਕਤਾਂ ਹੋਣ ਲੱਗੀਆਂ। ਜਦੋਂ ਰਾਤ ਨੂੰ ਇੱਕ ਦਿਨ ਮੇਰੀ ਅੱਖ ਖੁੱਲ੍ਹੀ ਤਾਂ ਮੈਂ ਦੇਖਿਆ ਕਿ ਮੇਰੀ ਸੱਸ ਮੇਰਾ ਹੱਥ ਫੜ ਕੇ ਬੈਠੀ ਸੀ। ਮੈਂ ਉਸਨੂੰ ਦੇਖ ਕੇ ਡਰ ਗਈ ਤਾਂ ਉਹ ਕਹਿਣ ਲੱਗੀ ਕਿ ਤੈਨੂੰ ਦੇਖਣ ਆਈ ਸੀ ਕਿ ਤੂੰ ਸੋ ਰਹੀ ਹੈ ਜਾਂ ਨਹੀਂ। ਮੈਨੂੰ ਨਹੀਂ ਲੱਗਦਾ ਸੀ ਕਿ ਉਹਨਾਂ ਨੂੰ ਮੇਰੀ ਇੰਨੀ ਫਿਕਰ ਸੀ ਕਿ ਉਹ ਆਪਣੀ ਨੀਂਦ ਖਰਾਬ ਕਰਕੇ ਮੈਨੂੰ ਪੁੱਛਣ ਆਉਂਦੀ ਕਿ ਮੈਂ ਸੋਈ ਹਾਂ ਜਾਂ ਨਹੀਂ। ਪਹਿਲੇ ਦਿਨ ਤਾਂ ਉਹਨਾਂ ਨੇ ਇਹ ਬਹਾਨਾ ਬਣਾ ਦਿੱਤਾ ਕਿ ਉਹ ਮੈਨੂੰ ਦੇਖਣ ਆਈ ਸੀ, ਪਰ ਹੁਣ ਇਹ ਰੋਜ਼ ਹੋਣ ਲੱਗਿਆ। ਜਦੋਂ ਮੈਂ ਗੂੜ੍ਹੀ ਨੀਂਦ ਵਿੱਚ ਸੋ ਜਾਂਦੀ ਤਾਂ ਮੇਰੀ ਸੱਸ ਮੇਰੇ ਕੋਲ ਹੀ ਬੈਠੀ ਰਹਿੰਦੀ। ਮੈਂ ਉਹਨਾਂ ਤੋਂ ਬਹੁਤ ਡਰੀ ਹੋਈ ਸੀ। ਮੈਂ ਉਹਨਾਂ ਦੀ ਇਸ ਹਰਕਤ ਤੋਂ ਬਹੁਤ ਪਰੇਸ਼ਾਨ ਹੋ ਗਈ ਸੀ। ਇੱਕ ਤਾਂ ਮੈਂ ਇਸ ਘਰ ਵਿੱਚ ਇਕੱਲੀ, ਉੱਪਰੋਂ ਉਹ ਰੋਜ਼ ਰਾਤ ਨੂੰ ਮੇਰੇ ਕੋਲ ਬੈਠੀ ਰਹਿੰਦੀ ਅਤੇ ਜੇਕਰ ਮੈਂ ਜਾਗ ਜਾਂਦੀ ਤਾਂ ਕੋਈ ਨਾ ਕੋਈ ਬਹਾਨਾ ਬਣਾ ਦਿੰਦੀ। ਇੱਕ ਦਿਨ ਮੈਂ ਤੰਗ ਆ ਕੇ ਆਪਣੀ ਸੱਸ ਨੂੰ ਪੁੱਛ ਹੀ ਲਿਆ ਕਿ ਤੁਸੀਂ ਕਿਉਂ ਰੋਜ਼ ਰਾਤ ਨੂੰ ਮੇਰੇ ਕੋਲ ਆ ਕੇ ਬੈਠ ਜਾਂਦੇ ਹੋ। ਉਹਨਾਂ ਦੇ ਮੂੰਹ ਤੋਂ ਇੱਕ ਗੱਲ ਨਿਕਲੀ ਜਿਸ ਨੂੰ ਸੁਣ ਕੇ ਮੈਂ ਹੈਰਾਨ ਪਰੇਸ਼ਾਨ ਰਹਿ ਗਈ। ਉਹਨਾਂ ਨੇ ਕਿਹਾ ਕਿ ਮੈਨੂੰ ਇਹ ਸਭ ਕਰਨ ਲਈ ਕਿਹਾ ਗਿਆ ਹੈ। ਮੈਂ ਉਹਨਾਂ ਨੂੰ ਪੁੱਛਿਆ ਕਿ ਕਿਸ ਨੇ ਕਿਹਾ ਹੈ, ਤਾਂ ਉਹ ਘਬਰਾ ਕੇ ਉੱਥੋਂ ਚਲੀ ਗਈ। ਮੈਂ ਉਹਨਾਂ ਨੂੰ ਬਾਰ-ਬਾਰ ਪੁੱਛਿਆ, ਪਰ ਉਹਨਾਂ ਨੇ ਮੇਰੇ ਸਵਾਲ ਦਾ ਜਵਾਬ ਨਹੀਂ ਦਿੱਤਾ। ਹੁਣ ਮੇਰਾ ਮੱਥਾ ਠਣਕ ਗਿਆ ਸੀ। ਆਖਰ ਉਹਨਾਂ ਨੂੰ ਕਿਸ ਨੇ ਕਿਹਾ ਸੀ ਕਿ ਉਹ ਰੋਜ਼ ਰਾਤ ਨੂੰ ਮੇਰੇ ਕੋਲ ਆ ਕੇ ਬੈਠਣ। ਇਹ ਮੇਰੇ ਨਾਲ ਕੀ ਹੋ ਰਿਹਾ ਸੀ? ਮੈਂ ਆਪਣੇ ਪਾਪਾ ਦੇ ਘਰ ਗਈ ਅਤੇ ਪੁੱਛਿਆ ਕਿ ਕਮਲ ਨੇ ਵਿਆਹ ਤੋਂ ਪਹਿਲਾਂ 3 ਸ਼ਰਤਾਂ ਰੱਖੀਆਂ ਸਨ, ਬਾਕੀ 2 ਸ਼ਰਤਾਂ ਕੀ ਸਨ? ਮੇਰੇ ਪਾਪਾ ਨੇ ਮੈਨੂੰ ਦੱਸਣ ਤੋਂ ਮਨਾ ਕਰ ਦਿੱਤਾ। ਅੱਜ ਮੇਰੇ ਸਬਰ ਦਾ ਬੰਨ੍ਹ ਟੁੱਟ ਗਿਆ ਸੀ। ਪਾਪਾ, ਉਸ ਰੱਬ ਕੋਲ ਮੇਰੀ ਮਾਂ ਨਾਲ ਤੁਹਾਡੀ ਵੀ ਮੁਲਾਕਾਤ ਹੋਵੇਗੀ। ਹੁਣ ਤੋਂ ਹੀ ਸੋਚਣਾ ਸ਼ੁਰੂ ਕਰ ਦਿਓ ਕਿ ਤੁਸੀਂ ਉਸ ਦਿਨ ਮੇਰੀ ਮਾਂ ਦੇ ਸਵਾਲਾਂ ਦਾ ਕੀ ਜਵਾਬ ਦਿਓਗੇ ਜਦੋਂ ਉਹ ਪੁੱਛੇਗੀ ਕਿ ਮੇਰੀ ਧੀ ਦਾ ਖਿਆਲ ਰੱਖਿਆ ਸੀ ਕਿ ਨਹੀਂ। ਮੈਂ ਰੋਂਦੇ ਹੋਏ ਉੱਥੋਂ ਚਲੀ ਗਈ। ਮੇਰੇ ਪਾਪਾ ਕੁਝ ਨਹੀਂ ਬੋਲੇ। ਮੈਂ ਵੀ ਕਸਮ ਖਾ ਲਈ ਕਿ ਮਰਦੀ ਮਰ ਜਾਵਾਂਗੀ, ਪਰ ਇਸ ਘਰ ਵਿੱਚ ਪੈਰ ਨਹੀਂ ਰੱਖਾਂਗੀ। 3 ਮਹੀਨੇ ਇਸੇ ਤਰ੍ਹਾਂ ਗੁਜ਼ਰ ਗਏ। ਮੈਨੂੰ ਖਬਰ ਮਿਲੀ ਕਿ ਮੇਰੇ ਪੇਕੇ ਘਰ ਕੋਈ ਝਗੜਾ ਚੱਲ ਰਿਹਾ ਹੈ। ਸ਼ਾਇਦ ਮੇਰੇ ਚਾਚੇ ਆਪਸ ਵਿੱਚ ਲੜ ਰਹੇ ਸਨ, ਪਰ ਮੈਨੂੰ ਉਹਨਾਂ ਤੋਂ ਕੋਈ ਮਤਲਬ ਨਹੀਂ ਸੀ। ਮੈਂ ਉੱਥੇ ਜਾਂਦੀ ਸੀ ਤਾਂ ਮੇਰੇ ਨਾਲ ਪਰਾਇਆ ਨਾਲੋਂ ਵੀ ਵੱਧ ਬੁਰਾ ਸਲੂਕ ਕੀਤਾ ਜਾਂਦਾ ਸੀ। ਮੈਂ ਉੱਥੇ ਜਾਣਾ ਅਤੇ ਉਹਨਾਂ ਦੀ ਖਬਰ ਰੱਖਣੀ ਛੱਡ ਦਿੱਤੀ। ਕਮਲ ਨੇ ਵੀ ਮੇਰੇ ਇੱਕ ਵੀ ਮੈਸੇਜ ਦਾ ਜਵਾਬ ਨਹੀਂ ਦਿੱਤਾ। ਮੈਂ ਸਾਰੀ ਰਾਤ ਰੋਂਦੀ ਰਹਿੰਦੀ। ਮੇਰੇ ਦਿਨ ਨਾ ਲੰਘਦੇ। ਮੈਨੂੰ ਆਪਣੀ ਜ਼ਿੰਦਗੀ ਨਾਲ ਨਫ਼ਰਤ ਹੋਣ ਲੱਗੀ ਸੀ। ਜੀ ਕਰਦਾ ਸੀ ਕਿ ਆਤਮ ਹੱਤਿਆ ਕਰ ਲਵਾਂ, ਪਰ ਮੇਰੀ ਸੱਸ ਹਰ ਵੇਲੇ ਮੇਰੇ ਨਾਲ ਹੀ ਰਹਿੰਦੀ ਸੀ। ਇੱਕ ਦਿਨ ਤਾਂ ਮੇਰੀ ਜ਼ਿੰਦਗੀ ਵਿੱਚ ਭੁਚਾਲ ਹੀ ਆ ਗਿਆ।
ਜਦੋਂ ਮੈਨੂੰ ਕਮਲ ਵੱਲੋਂ ਤਲਾਕ ਦੇ ਕਾਗਜ਼ ਮਿਲੇ, ਮੈਂ ਸੁੰਨ ਰਹਿ ਗਈ ਕਿ ਇਸ ਬੰਦੇ ਨੇ ਮੇਰੇ ਨਾਲ ਇਹ ਕੀ ਕਰ ਦਿੱਤਾ। ਇੱਕ ਦਿਨ ਵੀ ਮੇਰੇ ਨਾਲ ਨਾ ਗੁਜ਼ਾਰਿਆ। ਮੇਰੇ ਨਾਲ ਸਾਥ ਨਿਭਾਉਣ ਦੇ ਵਾਅਦੇ ਕਰਕੇ ਮੈਨੂੰ ਇਕੱਲੀ ਛੱਡ ਕੇ ਚਲਾ ਗਿਆ। ਹੁਣ ਪਰਦੇਸ ਵਿੱਚ ਬੈਠੇ ਬੈਠੇ ਮੈਨੂੰ ਤਲਾਕ ਦੇ ਦਿੱਤਾ। ਮੇਰੇ ਤੋਂ ਅਜਿਹੀ ਕੀ ਗਲਤੀ ਹੋ ਗਈ ਜਿਸ ਦੀ ਮੈਨੂੰ ਸਜ਼ਾ ਦਿੱਤੀ ਜਾ ਰਹੀ ਹੈ। ਹੁਣ ਮੇਰੀ ਸਾਰੀ ਹਿੰਮਤ ਜਵਾਬ ਦੇ ਚੁੱਕੀ ਸੀ। ਮੈਂ ਘਰ ਦੀ ਛੱਤ ਵੱਲ ਗਈ। ਮੇਰੀ ਸੱਸ ਨੇ ਮੈਨੂੰ ਰੋਕਣ ਦੀ ਕੋਸ਼ਿਸ਼ ਕੀਤੀ, ਪਰ ਮੈਂ ਹੱਥ ਛੁਡਵਾ ਲਿਆ। ਮੈਂ ਬਿਲਕੁਲ ਕਿਨਾਰੇ 'ਤੇ ਖੜੀ ਹੋ ਗਈ। ਬਸ ਮੈਂ ਛੱਤ ਤੋਂ ਨੀਚੇ ਛਾਲ ਮਾਰਨ ਹੀ ਵਾਲੀ ਸੀ ਕਿ ਕਿਸੇ ਨੇ ਮੇਰਾ ਹੱਥ ਫੜ ਕੇ ਮੈਨੂੰ ਆਪਣੇ ਵੱਲ ਖਿੱਚ ਲਿਆ। ਮੈਂ ਹੈਰਾਨ ਰਹਿ ਗਈ, ਕਿਉਂਕਿ ਇਹ ਹੋਰ ਕੋਈ ਨਹੀਂ ਬਲਕਿ ਲੱਕੀ ਸੀ। ਤਾਂ ਤੂੰ ਮਰਨਾ ਚਾਹੁੰਦੀ ਹੈ? ਲੱਕੀ ਨੇ ਜਦ ਇਹ ਕਿਹਾ ਤਾਂ ਮੈਂ ਹੈਰਾਨ ਰਹਿ ਗਈ। ਉਹ ਮੈਨੂੰ ਉੱਥੋਂ ਲੈ ਗਿਆ ਅਤੇ ਗੱਡੀ ਵਿੱਚ ਬਿਠਾ ਕੇ ਇੱਕ ਸੁੰਨਸਾਨ ਜਗ੍ਹਾ 'ਤੇ ਲੈ ਆਇਆ। ਉਹ ਇੱਕ ਪਾਰਕ ਸੀ। ਉੱਥੇ ਅਸੀਂ ਆਹਮਣੇ ਸਾਹਮਣੇ ਬੈਠੇ ਸੀ। ਮੇਰੇ ਦਿਲੋਂ ਦਿਮਾਗ ਵਿੱਚ ਹਜ਼ਾਰਾਂ ਸਵਾਲ ਸਨ। ਲੱਕੀ ਨੇ ਮੈਨੂੰ ਕਿਹਾ ਕਿ ਮੈਂ ਇਸ ਦੁਨੀਆ ਦੀ ਸਭ ਤੋਂ ਵੱਡੀ ਬੇਵਕੂਫ ਅਤੇ ਜਲਦਬਾਜ਼ ਕੁੜੀ ਹਾਂ। ਜਿਸ ਤਰ੍ਹਾਂ ਤੂੰ ਮੈਨੂੰ ਪਸੰਦ ਕਰਦੀ ਸੀ, ਉਸੇ ਤਰ੍ਹਾਂ ਮੈਂ ਵੀ ਤੈਨੂੰ ਪਸੰਦ ਕਰਦਾ ਸੀ। ਮੈਂ ਤੇਰੇ ਨਾਲ ਵਿਆਹ ਕਰਨਾ ਚਾਹੁੰਦਾ ਸੀ, ਪਰ ਮੈਨੂੰ ਪਤਾ ਸੀ ਕਿ ਇਹ ਸਭ ਇੰਨਾ ਆਸਾਨ ਨਹੀਂ ਹੈ। ਮੇਰੇ ਮਾਂ-ਬਾਪ ਵੀ ਤੈਨੂੰ ਪਸੰਦ ਨਹੀਂ ਕਰਦੇ ਸਨ। ਇਸ ਲਈ ਮੈਂ ਦਿਲ ਹੀ ਦਿਲ ਵਿੱਚ ਸੋਚ ਰੱਖਿਆ ਸੀ ਕਿ ਮੈਂ ਖੁਦ ਕੁਝ ਬਣ ਜਾਵਾਂ, ਫਿਰ ਮੈਂ ਤੇਰੇ ਨਾਲ ਵਿਆਹ ਕਰ ਲਵਾਂਗਾ। ਪਰ ਤੂੰ ਜਲਦਬਾਜ਼ੀ ਵਿੱਚ ਆ ਕੇ ਸਭ ਕੁਝ ਖਰਾਬ ਕਰ ਦਿੱਤਾ। ਜਿਸ ਕਮਲ ਨਾਮ ਦੇ ਮੁੰਡੇ ਨਾਲ ਤੂੰ ਵਿਆਹ ਕੀਤਾ ਹੈ, ਉਹ ਮੇਰਾ ਜਿਗਰੀ ਯਾਰ ਹੈ। ਮੈਂ ਉਸਨੂੰ ਕਿਹਾ ਸੀ ਕਿ ਉਹ ਤੇਰੇ ਨਾਲ ਵਿਆਹ ਕਰਕੇ ਤੈਨੂੰ ਉਸ ਘਰ ਤੋਂ ਦੂਰ ਲੈ ਜਾਵੇ, ਨਹੀਂ ਤਾਂ ਤੇਰੇ ਘਰ ਵਾਲੇ ਤੈਨੂੰ ਕਿਸੇ ਹੋਰ ਨਾਲ ਤੋਰ ਦਿੰਦੇ ਅਤੇ ਮੈਂ ਕੁਝ ਨਾ ਕਰ ਪਾਉਂਦਾ। ਕਮਲ ਨੇ ਤੈਨੂੰ ਹੱਥ ਤੱਕ ਨਹੀਂ ਲਗਾਇਆ, ਕਿਉਂਕਿ ਉਹ ਅਜਿਹਾ ਕਰ ਹੀ ਨਹੀਂ ਸਕਦਾ। ਉਹ ਕੈਨੇਡਾ ਨਹੀਂ ਗਿਆ ਹੈ, ਬਲਕਿ ਇਸ ਸ਼ਹਿਰ ਵਿੱਚ ਹੀ ਹੈ। ਉਸਦੀ ਮਾਂ ਨੂੰ ਮੈਂ ਤੇਰਾ ਖਿਆਲ ਰੱਖਣ ਲਈ ਕਿਹਾ ਸੀ। ਉਹ ਸਾਰੀ ਰਾਤ ਤੇਰੇ ਕੋਲ ਇਸ ਲਈ ਬੈਠੀ ਰਹਿੰਦੀ ਸੀ ਕਿ ਕਿਤੇ ਤੂੰ ਪਰੇਸ਼ਾਨ ਹੋ ਕੇ ਕਿਤੇ ਕੋਈ ਗਲਤ ਕਦਮ ਨਾ ਉਠਾ ਲਵੇਂ, ਕਿਉਂਕਿ ਮੈਨੂੰ ਪਤਾ ਹੈ ਕਿ ਤੂੰ ਬਹੁਤ ਜਜ਼ਬਾਤੀ ਅਤੇ ਪਾਗਲ ਕੁੜੀ ਹੈ। ਮੈਂ ਆਪਣਾ ਕਾਰੋਬਾਰ ਸ਼ੁਰੂ ਕੀਤਾ ਸੀ, ਜਿਸ ਨੂੰ ਸੈੱਟ ਕਰਨ ਲਈ ਮੈਨੂੰ ਕੁਝ ਸਮਾਂ ਚਾਹੀਦਾ ਸੀ, ਪਰ ਹੁਣ ਮੇਰਾ ਕੰਮ ਚੱਲ ਗਿਆ ਹੈ। ਮੈਂ ਆਪਣਾ ਘਰ ਛੱਡ ਦਿੱਤਾ ਹੈ ਅਤੇ ਆਪਣੇ ਦੋਵਾਂ ਲਈ ਛੋਟਾ ਜਿਹਾ ਘਰ ਬਣਾ ਲਿਆ ਹੈ। ਅੱਜ ਮੈਂ ਤੈਨੂੰ ਲੈਣ ਆਇਆ ਹਾਂ। ਆਪਾਂ ਜਲਦੀ ਹੀ ਵਿਆਹ ਕਰ ਲਵਾਂਗੇ ਅਤੇ ਹਮੇਸ਼ਾ ਲਈ ਇਕੱਠੇ ਰਹਾਂਗੇ। ਮੈਂ ਪਹਿਲਾਂ ਤੋਂ ਹੀ ਤੇਰੇ ਲਈ ਇਹ ਸਭ ਕੁਝ ਕਰਨਾ ਚਾਹੁੰਦਾ ਸੀ, ਪਰ ਇਹ ਸਭ ਕੁਝ ਹੋਣ ਤੋਂ ਪਹਿਲਾਂ ਤੈਨੂੰ ਦੱਸਣਾ ਨਹੀਂ ਚਾਹੁੰਦਾ ਸੀ, ਤਾਂ ਜੋ ਤੂੰ ਕੋਈ ਉਮੀਦ ਨਾ ਬਣ ਲਵੇਂ। ਅਤੇ ਹਾਂ, ਤੇਰੇ ਨਾਲ ਜੋ ਕੁਝ ਵੀ ਹੋਇਆ ਉਸਨੂੰ ਇੱਕ ਬੁਰਾ ਸੁਪਨਾ ਸਮਝ ਕੇ ਭੁੱਲ ਜਾ। ਮੇਰੇ ਨਾਲ ਇੱਕ ਨਵੀਂ ਜ਼ਿੰਦਗੀ ਸ਼ੁਰੂ ਕਰ। ਮੈਂ ਲੱਕੀ ਵੱਲ ਦੇਖਦੀ ਹੀ ਰਹਿ ਗਈ। ਅਸੀਂ ਦੋਵਾਂ ਨੇ ਵਿਆਹ ਕਰ ਲਿਆ ਅਤੇ ਉਹ ਮੈਨੂੰ ਇੱਕ ਬਹੁਤ ਪਿਆਰੇ ਘਰ ਵਿੱਚ ਲੈ ਆਇਆ। ਉਸਨੇ ਕਿਹਾ ਕਿ ਇਸ ਘਰ ਨੂੰ ਤੂੰ ਸਜਾਉਣਾ ਹੈ। ਹੁਣ ਇਹ ਤੇਰਾ ਘਰ ਹੈ। ਕੁਝ ਸਾਲਾਂ ਬਾਅਦ ਲੱਕੀ ਦੇ ਮਾਂ-ਬਾਪ ਨੇ ਵੀ ਉਸਨੂੰ ਮਾਫ਼ ਕਰ ਦਿੱਤਾ, ਪਰ ਉਹ ਇਕੱਲਾ ਹੀ ਉਹਨਾਂ ਨੂੰ ਮਿਲਣ ਜਾਂਦਾ ਸੀ। ਮੈਨੂੰ ਕਦੇ ਵੀ ਉਹਨਾਂ ਕੋਲ ਨਹੀਂ ਲੈ ਕੇ ਜਾਂਦਾ ਸੀ। ਉਹ ਕਹਿੰਦਾ ਸੀ ਕਿ ਮੈਂ ਨਹੀਂ ਚਾਹੁੰਦਾ ਕਿ ਮੇਰੇ ਮਾਂ-ਬਾਪ ਤੈਨੂੰ ਕੁਝ ਅਜਿਹਾ ਕਹਿ ਦੇਣ ਜਿਸ ਨਾਲ ਤੈਨੂੰ ਦੁੱਖ ਹੋਵੇ। ਮੈਂ ਲੱਕੀ ਨਾਲ ਚੰਗੀ ਜ਼ਿੰਦਗੀ ਗੁਜ਼ਾਰ ਰਹੀ ਹਾਂ। ਮੈਨੂੰ ਸਾਰੀ ਜ਼ਿੰਦਗੀ ਆਪਣੇ ਘਰ ਵਾਲਿਆਂ ਦੀ ਨਫ਼ਰਤ ਦੀ ਵਜ੍ਹਾ ਸਮਝ ਨਹੀਂ ਆਈ, ਪਰ ਸ਼ਾਇਦ ਇਸ ਨਫ਼ਰਤ ਨੂੰ ਹਟਾਉਣ ਦੇ ਬਦਲੇ ਵਿੱਚ ਮੈਨੂੰ ਲੱਕੀ ਵਰਗਾ ਹਮਸਫ਼ਰ ਮਿਲਿਆ। ਤਾਂ ਦੋਸਤੋ, ਇਹ ਸੀ ਸਾਡੀ ਅੱਜ ਦੀ ਕਹਾਣੀ। ਉਮੀਦ ਕਰਦਾ ਹਾਂ ਤੁਹਾਨੂੰ ਪਸੰਦ ਆਈ ਹੋਵੇਗੀ। ਤੁਹਾਡਾ ਕੀ ਕਹਿਣਾ ਹੈ ਇਸ ਕਹਾਣੀ ਬਾਰੇ ਕਮੈਂਟ ਕਰਕੇ ਸਾਨੂੰ ਜ਼ਰੂਰ ਦੱਸਿਓ। ਵੀਡੀਓ ਨੂੰ ਲਾਈਕ ਅਤੇ ਚੈਨਲ ਨੂੰ ਸਬਸਕ੍ਰਾਈਬ ਵੀ ਕਰ ਲਿਓ ਤੇ ਨਾਲ ਹੀ ਘੰਟੀ ਨੂੰ ਦਬਾ ਕੇ ਆਲ 'ਤੇ ਸੈੱਟ ਕਰ ਲਿਓ, ਤਾਂ ਜੋ ਆਉਣ ਵਾਲੀ ਵੀਡੀਓ ਤੁਹਾਨੂੰ ਤੁਰੰਤ ਮਿਲ ਜਾਵੇ। ਮੈਨੂੰ ਦਿਓ ਅਗਲੀ ਵੀਡੀਓ ਤੱਕ ਇਜਾਜ਼ਤ। ਤਦ ਤੱਕ ਲਈ ਧੰਨਵਾਦ।